हालेलुया। आज दिस डेली डिवोशन ਦੇ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਸੋ ਅੱਜ ਦਿਸ ਡਿਵੋਸ਼ਨ ਦੇ ਲਈ ਜੋ ਪਰਮੇਸ਼ਰ ਦਾ ਵਚਨ ਲਿਆ ਗਿਆ ਹੈ ਉਹ ਹੈ ਕਹਾਵਤਾਂ ਉਹਦਾ 19 ਅਧਿਆਇ ਅਤੇ ਉਸ ਦਾ 21ਵਾਂ ਵਚਨ, ਜਿਸ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੈ, ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾ ਦਾ ਮਤਾ ਕਾਇਮ ਰਹੇਗਾ। ਸੋ ਆਈਏ ਅਸੀਂ ਇਸ ਵਚਨ ਦੇ ਲਈ ਔਰ ਆਪਣੇ ਮਨਾਂ ਨੂੰ ਤਿਆਰ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਵਚਨ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ। ਸੋ ਮੈਂ ਜੋ ਅੱਜ ਦੇ ਸਰਮਨ ਨੂੰ ਜਾਂ ਅੱਜ ਦੇ ਇਸ ਪ੍ਰਚਾਰ ਨੂੰ ਜੋ ਨਾਮ ਦਿੱਤਾ ਹੈ ਉਹ ਹੈ ਪਰਮੇਸ਼ਵਰ ਦੀ ਯੋਜਨਾ। ਇੱਕ ਵਾਰ ਫਿਰ ਰਿਪੀਟ ਕਰਾਂਗਾ, ਪਰਮੇਸ਼ਵਰ ਦੀ ਯੋਜਨਾ। ਸੋ ਇੱਥੇ ਅਸੀਂ ਪੜ੍ਹਿਆ ਹੈ ਕਿ ਮਨੁੱਖ ਦੇ ਮਨ ਦੇ ਵਿੱਚ ਅਨੇਕ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾ ਦਾ ਮਤਾ ਕਾਇਮ ਰਹੇਗਾ। ਸੋ ਅਸੀਂ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹਨ, ਪਰ ਅਸੀਂ ਜਿਹਨਾਂ ਗੱਲਾਂ ਧਿਆਨ ਕਰਾਂਗੇ, ਕੁਛ ਮੇਨ ਅਹਿਮ ਗੱਲਾਂ 'ਤੇ ਧਿਆਨ ਕਰਾਂਗੇ, ਕਿਉਂਕਿ ਹਨ ਅਤੇ ਕਿਉਂ ਇਨਸਾਨ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਜਾਂ ਉਦਾਸੀ ਹੈ ਉਸ ਦਾ ਸਾਹਮਣਾ ਕਰਦਾ ਹੈ। ਹਾਲੇਲੂਇਆ। ਔਰ ਇੱਥੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਦਾ ਵਚਨ ਸਾਨੂੰ ਸਿਖਾ ਰਿਹਾ ਹੈ ਕਿ ਇਨਸਾਨ ਦੇ ਮਨ ਵਿੱਚ ਅਨੇਕਾਂ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾ ਦਾ ਮਤਾ ਕਾਇਮ ਰਹੇਗਾ। ਸੋ ਇਹ ਵਚਨ ਜੋ ਹੈ ਇਹ ਸਾਨੂੰ ਕੁਝ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਨਸਾਨ ਜੋ ਹੈ, ਔਰ ਆਪਣੇ ਇਸ ਪ੍ਰੈਕਟੀਕਲ ਜੀਵਨ ਤੋਂ ਇਸ ਦਾ ਅਨੁਭਵ ਲਗਾ ਸਕਦੇ ਹਾਂ ਕਿ ਇਨਸਾਨ ਜੋ ਹੈ ਉਹ ਆਪਣੇ ਜੀਵਨ ਦੀ ਖੁਸ਼ਹਾਲੀ ਦੇ ਲਈ, ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ, ਆਪਣੇ ਪਰਿਵਾਰ ਦੇ ਲਈ, ਹਰ ਇੱਕ ਚੀਜ਼ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦਾ ਹੈ, ਬਹੁਤ ਸਾਰੀਆਂ ਚੀਜ਼ਾਂ ਕਰਦਾ ਹੈ, ਪਰ ਉਹ ਇਹ ਭੁੱਲ ਜਾਂਦਾ ਹੈ ਕਿ ਮੇਰੇ ਮਨ ਵਿੱਚ ਤਾਂ ਬਹੁਤ ਸਾਰੀਆਂ ਯੋਜਨਾਵਾਂ ਹਨ, ਪਰ ਜੋ ਪਰਮੇਸ਼ਵਰ ਦਾ ਮਤਾ ਹੈ ਜਾਂ ਜੋ ਪਰਮੇਸ਼ਵਰ ਦੀ ਯੋਜਨਾ ਹੈ, ਆਖਿਰ ਉਹ ਹੀ ਕਾਇਮ ਰਹੇਗੀ। ਤੁਸੀਂ ਆਪਣੇ ਇੱਛਾ ਦੇ ਪਿੱਛੇ ਲੱਗ ਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਚੱਕਰ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕੀ ਮੇਰੀ ਜੋ ਇੱਛਾ ਹੈ ਉਹ ਪਰਮੇਸ਼ਵਰ ਦੀ ਇੱਛਾ ਦੇ ਨਾਲ ਮੈਚ ਖਾਂਦੀ ਹੈ, ਕਿ ਜੋ ਮੈਂ ਕਰ ਰਿਹਾ ਹਾਂ ਉਹ ਪਰਮੇਸ਼ਵਰ ਨੂੰ ਪਸੰਦ ਹੈ, ਕਿ ਜੋ ਮੇਰੀ ਇੱਛਾ ਹੈ ਕਿ ਪਰਮੇਸ਼ਵਰ ਹੀ ਉਹੀ ਮੇਰੀ ਜ਼ਿੰਦਗੀ ਵਿੱਚ ਚਾਹੁੰਦਾ ਹੈ। ਔਰ ਇਹੀ ਕਾਰਨ ਹੁੰਦਾ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣੇ ਬਿਨਾਂ ਅਸੀਂ ਆਪਣੀਆਂ ਜ਼ਿੰਦਗੀ ਦੀਆਂ ਯੋਜਨਾਵਾਂ ਬਣਾ ਲੈਂਦੇ ਹਾਂ, ਪਰਮੇਸ਼ਵਰ ਨੂੰ ਪੁੱਛੇ ਬਿਨਾਂ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਲੈਂਦੇ ਹਾਂ, ਤਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨੂੰ ਦੇਖਦੇ ਹਾਂ, ਫਿਰ ਅਸੀਂ ਜ਼ਿੰਦਗੀ ਦੇ ਵਿੱਚ ਉਦਾਸੀ ਨੂੰ ਮਹਿਸੂਸ ਕਰਦੇ ਹਾਂ, ਫਿਰ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਇਕੱਲੇਪਨ ਨੂੰ ਮਹਿਸੂਸ ਕਰਦੇ ਹਾਂ। ਕਿਉਂ? ਕਿਉਂਕਿ ਅਸੀਂ ਆਪ ਯੋਜਨਾਵਾਂ ਬਣਾਈਆਂ। ਕਿਉਂਕਿ ਅਸੀਂ ਆਪਣੀਆਂ ਸੋਚਾਂ 'ਤੇ ਨਿਰਭਰ ਰਹੇ, ਪਰ ਅਸੀਂ ਕਦੀ ਪਰਮੇਸ਼ਵਰ ਦੇ ਕੋਲੋਂ ਪੁੱਛਿਆ ਨਹੀਂ, ਕਦੀ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਦੀ ਪਰਮੇਸ਼ਰ ਦੀ ਯੋਜਨਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤਾਂ ਹੀ ਅਸੀਂ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਸਫਲਤਾ ਨੂੰ ਦੇਖਿਆ, ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨੂੰ ਦੇਖਿਆ। ਸੋ ਅੱਜ ਇਸ ਸਮੇਂ ਸਾਡੇ ਸਭਨਾਂ ਦੇ ਅੱਗੇ ਇੱਕ ਚੁਣੌਤੀ ਹੈ ਕਿ ਕੀ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਜਾਣਨ ਦੇ ਲਈ ਕੋਸ਼ਿਸ਼ ਕਰਦੇ ਹਾਂ ਜਾਂ ਨਹੀਂ। ਕਿ ਸਾਡੇ ਅੰਦਰ ਇੱਕ ਇੱਛਾ, ਇੱਕ ਭਾਵਨਾ, ਇੱਕ ਔਰ ਪਿਆਰ ਹੈ ਪਰਮੇਸ਼ਵਰ ਦੇ ਪ੍ਰਤੀ, ਕਿ ਅਸੀਂ ਪਰਮੇਸ਼ਵਰ ਨੂੰ ਜਾਣੀਏ, ਉਹਦੀ ਇੱਛਾ ਨੂੰ ਜਾਣੀਏ, ਉਹਦੀ ਮਰਜ਼ੀ ਨੂੰ ਜਾਣੀਏ, ਉਹਦੀ ਯੋਜਨਾ ਨੂੰ ਜਾਣੀਏ ਜੋ ਉਸਨੇ ਸਾਡੀ ਜ਼ਿੰਦਗੀ ਦੇ ਲਈ ਬਣਾਈ ਹੈ। ਔਰ ਜਿਸ ਦਿਨ ਅਸੀਂ ਉਹਦੀ ਯੋਜਨਾ ਨੂੰ ਜਾਣ ਜਾਵਾਂਗੇ ਔਰ ਉਸ ਦੇ ਮੁਤਾਬਿਕ ਚੱਲਾਂਗੇ, ਤਾਂ ਮੇਰੇ ਪ੍ਰਿਯ ਭੈਣੋ ਅਤੇ ਭਰਾਵੋ, ਅਸੀਂ ਕਦੇ ਵੀ ਔਰ ਪਰੇਸ਼ਾਨੀ ਦੇ ਵਿੱਚ ਨਹੀਂ ਜਾਵਾਂਗੇ, ਕਦੇ ਵੀ ਉਦਾਸ ਨਹੀਂ ਹੋਵਾਂਗੇ, ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ। ਕਿਉਂਕਿ ਅਸੀਂ ਜੋ ਵੀ ਕਰਾਂਗੇ ਉਹ ਪਰਮੇਸ਼ਵਰ ਦੇ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਅਤੇ ਉਹ ਕਦੇ ਵੀ ਟਲੇਗਾ ਨਹੀਂ, ਉਹ ਕਦੇ ਵੀ ਅਸਫਲ ਨਹੀਂ ਹੋਵੇਗਾ, ਉਹ ਕਦੇ ਵੀ ਔਰ ਡਿੱਗੇਗਾ ਨਹੀਂ, ਟਲੇਗਾ ਨਹੀਂ। ਕਿਉਂਕਿ ਉਹ ਪਰਮੇਸ਼ਵਰ ਦੀ ਯੋਜਨਾ ਹੈ। ਸੋ ਸਾਨੂੰ ਜਾਣਨ ਦੀ ਲੋੜ ਹੈ ਪਰਮੇਸ਼ਵਰ ਦੀ ਇੱਛਾ ਨੂੰ।
ਅੱਜ ਸਾਨੂੰ ਪਰਮੇਸ਼ਰ ਦੀ ਯੋਜਨਾਵਾਂ ਨੂੰ ਸਮਝਣ ਦੀ ਲੋੜ ਹੈ, ਪਰਮੇਸ਼ਰ ਦੇ ਕਾਰਜ ਨੂੰ ਸਮਝਣ ਦੀ ਲੋੜ ਹੈ ਕਿ ਪਰਮੇਸ਼ਰ ਮੇਰੇ ਤੋਂ ਕੀ ਚਾਹੁੰਦਾ ਹੈ, ਪਰਮੇਸ਼ਰ ਦੀ ਯੋਜਨਾ ਕੀ ਸਾਡੇ ਪਰਿਵਾਰ ਦੇ ਪ੍ਰਤੀ, ਪਰਮੇਸ਼ਰ ਕੀ ਚਾਹੁੰਦਾ ਸਾਡੇ ਬੱਚਿਆਂ ਦੇ ਭਵਿੱਖ ਦੇ ਲਈ, ਪਰਮੇਸ਼ਰ ਕੀ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰਾਂ। ਆਈਏ ਅਸੀਂ ਸਭ ਜਣੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਂਦੇ ਹੋਏ ਅੱਜ ਦੇ ਇਸ ਵਚਨਾਂ ਨੂੰ ਇੱਥੇ ਹੀ ਖਤਮ ਕਰਾਂਗੇ ਕਿ ਕੀ ਅਸੀਂ ਉਸ ਪਰਮੇਸ਼ਰ ਦੀ ਯੋਜਨਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ, ਕਿ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਨਹੀਂ। ਸੋ ਆਈਏ ਅਸੀਂ ਇਹਨਾਂ ਵਚਨਾਂ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਛੱਡਦਾ ਹਾਂ। ਆਪਣੀ ਜ਼ਿੰਦਗੀ ਦੇ ਵਿੱਚ ਧਿਆਨ ਕਰੋ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਨਹੀਂ, ਕੀ ਤੁਸੀਂ ਉਸ ਦੇ ਵਚਨਾਂ 'ਤੇ ਧਿਆਨ ਕਰ ਰਹੇ ਹੋ ਜਾਂ ਨਹੀਂ। ਅੱਜ ਦੇ ਵਚਨਾਂ ਨੂੰ ਪੜ੍ਹੇ ਅਤੇ ਸੁਣੇ ਜਾਣ ਤੇ ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇ। ਆਮੀਨ।